Akal ਸਾਰਿਆਂ ਜੀ, my name is Mehakpreet Kaur. In this video, we will be talking about one of the 12 topics of NAATI syllabus. Discussed it previously. We have different topics in NAATI according to which the NAATI designed their syllabus. They have given 12 topics on which they design their dialogue and they give the heading. But many of you may be not aware about it that these are the headings. There can be many different scenarios in each topic. Let me give you an example. If we are talking about legal, today's topic is legal, which means ਕਾਨੂੰਨੀ। ਇੱਕ ਹਰੇਕ ਟੌਪਿਕ ਦੇ ਅੰਡਰ ਬਹੁਤ ਸਾਰੇ ਸਿਨੈਰੀਓ ਬਣ ਕੇ ਆ ਸਕਦੇ ਨੇ। ਫੋਰ ਐਗਜ਼ਾਮਪਲ ਹੁਣ ਕਾਨੂੰਨੀ ਦੇ ਅਕੋਰਡਿੰਗ ਹੋ ਸਕਦਾ ਹੈ ਕੋਈ ਜਿਹਨਾਂ ਡਿਵੋਰਸ ਲੈਣ ਗਿਆ ਜਾਂ ਡਿਵੋਰਸ ਫਾਈਲ ਕੀਤੀ ਹੈ ਅਤੇ ਉਹ ਆਪਣੇ ਲਾਇਰ ਦੇ ਨਾਲ ਕੰਸਲਟੇਸ਼ਨ ਕਰਨ ਗਿਆ ਅਤੇ ਉੱਥੇ ਜਿਹੜੀ ਆ ਉਹ ਡਾਇਲੋਗ ਉਸ ਸਿਨੈਰੀਓ ਦੇ ਹਿਸਾਬ ਦੇ ਨਾਲ ਚੱਲ ਰਿਹਾ। ਸੈਕਿੰਡ ਹੋ ਸਕਦਾ ਜਿਹੜਾ ਮੋਸਟ ਫਰੀਕੁਐਂਟਲੀ ਕਮਿੰਗ ਇਨ ਡਾਇਲੋਗ ਐਂਡ ਇਟ ਹੈਜ਼ ਬੀਨ ਰਿਪੀਟਡ ਇਨ ਦੀ ਰੀਅਲ ਐਗਜ਼ਾਮ ਐਜ਼ ਵੈਲ, ਇਟ ਇਜ਼ ਇੰਟਰਵੈਂਸ਼ਨ ਆਰਡਰ ਦੇ ਬੇਸਡ ਹੋ ਸਕਦਾ। ਦੂਸਰਾ ਕੋਈ ਵੀ ਰੈਂਟਲ ਪ੍ਰੋਪਰਟੀ ਦਾ ਡਿਸਪਿਊਟ ਹੋ ਸਕਦਾ। ਕੋਈ ਵੀ ਮਾਈਗ੍ਰੇਸ਼ਨ ਆਫਿਸਰ ਦੇ ਨਾਲ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ, ਤੁਸੀਂ ਉਹਨਾਂ ਦੇ ਉੱਤੇ ਕੇਸ ਕਰ ਦਿੱਤਾ ਕਿ ਤੁਹਾਡਾ ਵੀਜ਼ੇ ਦੀ ਜਿਹੜੀ ਫਾਈਲ ਆ ਉਹਨਾਂ ਨੇ ਖਰਾਬ ਕਰ ਦਿੱਤੀ। ਵਾਈ ਯੂ ਸ਼ੁੱਡ ਬੀ ਪੇਇੰਗ ਮੋਰ ਮਨੀ ਔਰ ਯੂ ਸ਼ੁੱਡ ਬੀ ਸਫਰਿੰਗ। ਠੀਕ ਹੈ ਜੀ। ਇਸ ਤੋਂ ਇਲਾਵਾ ਕੋਈ ਡਰੰਕ ਐਂਡ ਡਰਾਈਵ ਦਾ ਕੇਸ ਸੀਗਾ, ਉਹਦੇ ਵਿੱਚ ਤੁਹਾਡੀ ਕੋਰਟ ਦੇ ਵਿੱਚ ਪੇਸ਼ਗੀ ਹੈ ਅੱਜ। ਠੀਕ ਹੈ ਜੀ। ਤੁਸੀਂ ਉੱਥੇ ਜਾ ਕੇ ਮੈਜਿਸਟਰੇਟ ਨਾਲ ਗੱਲ ਕਰ ਰਹੇ ਹੋ ਕਿ ਵਾਟ ਹੈਪਨਡ ਐਂਡ ਵਾਈ ਯੂ ਕਾਂਟ ਪੇ ਦੀ ਫਾਈਨ ਔਰ ਐਨੀ ਸਿੰਪਲ ਸਿਨੈਰੀਓ। ਕੋਈ ਵੀ ਅੱਗੇ ਇਹਦੇ ਸਬ ਹੈਡਿੰਗ ਬਹੁਤ ਸਾਰੇ ਬਣ ਸਕਦੇ ਨੇ। ਠੀਕ ਹੈ ਜੀ। ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿ ਲੀਗਲ ਨਾਲ ਰਿਲੇਟਡ ਡਾਇਲੋਗ ਆਏਗਾ ਤਾਂ ਉਹਦੇ ਵਿੱਚ ਬਹੁਤ ਸਾਰੀ ਸਿੰਪਲ ਵੋਕੈਬਲਰੀ ਜਿਹੜੀ ਆ ਮੇਰੇ ਅਕੋਰਡਿੰਗ ਹਰ ਇੱਕ ਸਟੂਡੈਂਟ ਨੂੰ ਆਉਣੀ ਚਾਹੀਦੀ ਹੈ ਕਿ ਵੈਨ ਦੇ ਹੇਅਰ ਦੈਟ ਕਿ ਜਦੋਂ ਸਭ ਤੋਂ ਪਹਿਲੀ ਲਾਈਨ ਪਲੇ ਹੁੰਦੀ ਆ ਦੀ ਫੋਲੋਇੰਗ ਡਾਇਲੋਗ ਟੇਕ ਪਲੇਸ ਬਿਟਵੀਨ ਅ ਪੰਜਾਬੀ ਸਪੀਕਰ ਮਹਿਕਪ੍ਰੀਤ ਕੌਰ ਐਂਡ ਅ ਮੈਜਿਸਟਰੇਟ। ਜਦੋਂ ਇਹ ਵਰਡ ਮੈਜਿਸਟਰੇਟ ਸੁਣ ਲਿੱਤਾ ਜਾਂ ਇੰਟਰਵੈਂਸ਼ਨ ਆਰਡਰ ਸੁਣ ਲਿੱਤਾ, ਕੋਈ ਵੀ ਇੱਦਾਂ ਦੀ ਗੱਲ ਹੁੰਦੀ ਹੈ ਜਿਹ ਵਿਚ ਇਜ਼ ਰਿਲੇਟਡ ਟੂ ਲੀਗਲ, ਯੂਅਰ ਮਾਈਂਡ ਸ਼ੁੱਡ ਸਟਰਾਈਕ ਯੂ ਕਿ ਅੱਜ ਮੈਂ ਕਿਹੜੀ ਵੋਕੈਬਲਰੀ ਯੂਜ਼ ਕਰਨੀ ਆ, ਕਾਨੂੰਨ ਦੇ ਨਾਲ ਰਿਲੇਟਡ ਵਰਡਸ ਬੋਲਣੇ ਨੇ। ਸੋ ਗਾਈਜ਼ ਟੂ ਵਾਟ ਆਈ ਮੀਨ ਬਾਏ ਕਿ ਕਿਹੜੇ ਰਿਲੇਟਡ ਵੋਕੈਬਲਰੀ ਯੂਜ਼ ਕਰਨੀ ਆ। ਸੋ ਇੱਕ ਵਰਡ ਜਿਹੜਾ ਵਾ ਅਲੱਗ-ਅਲੱਗ ਕਨਸੈਪਟ ਦੇ ਵਿੱਚ ਆਪਾਂ ਡਿਫਰੈਂਟ ਤਰੀਕਿਆਂ ਦੇ ਨਾਲ ਵਰਤਦੇ ਹਾਂ। ਠੀਕ ਹੈ ਜੀ। ਅਗਰ ਤੁਸੀਂ ਸਾਡਾ CCL ਟਿਊਟੋਰੀਅਲ ਐਪ ਜਿਹੜਾ ਅਗਰ ਤੁਸੀਂ ਡਾਊਨਲੋਡ ਕਰੋਗੇ ਐਂਡ ਇਫ ਯੂ ਕਲਿੱਕ ਦੀ ਵੋਕੈਬਲਰੀ ਟੌਪਿਕ ਵਾਈਜ਼, ਯੂ ਵਿਲ ਸੀ ਕਿ ਉਹਦੀ ਡਿਸਟਰੀਬਿਊਸ਼ਨ ਜਿਹੜੀ ਹੈ ਟੌਪਿਕ ਵਾਈਜ਼ ਹੋ ਜਾਂਦੀ ਹੈ ਐਂਡ ਇੱਕ ਹੀ ਵਰਡ, ਠੀਕ ਹੈ ਜੀ, ਇੱਕ ਸਿਨੈਰੀਓ ਦੇ ਵਿੱਚ ਅਲੱਗ ਤਰੀਕੇ ਨਾਲ ਵਰਤਿਆ ਜਾਂਦਾ, ਦੂਸਰੇ ਸਿਨੈਰੀਓ ਦੇ ਵਿੱਚ ਅਲੱਗ ਤਰੀਕੇ ਨਾਲ ਵਰਤਿਆ ਜਾਂਦਾ। ਫੋਰ ਐਗਜ਼ਾਮਪਲ ਹੁਣ ਇੱਕ ਵਰਡ ਆਪਾਂ ਪੰਜਾਬੀ ਦੇ ਵਿੱਚ ਯੂਜ਼ ਕਰਦੇ ਹਾਂ ਦਲਾਲ। ਠੀਕ ਹੈ ਜੀ। ਦਲਾਲ ਵਰਡ ਜੇ ਤੁਸੀਂ ਪ੍ਰੋਪਰਟੀ ਦੇ ਕੌਂਟੈਕਸਟ ਦੇ ਵਿੱਚ ਵਰਤ ਰਹੇ ਹੋ ਤਾਂ ਉਹ ਵਰਡ ਉੱਥੇ ਢੁਕਵਾਂ ਵੀ ਲੱਗੇਗਾ ਐਂਡ ਇਟ ਵੁੱਡ ਬੀ ਮੋਰ ਐਪਰੋਪਰੀਏਟ ਟੂ ਯੂਜ਼ ਓਵਰ ਦੇਅਰ। ਬਟ ਅਗਰ ਦਲਾਲ ਵਰਡ ਤੁਸੀਂ ਕਿਸੇ ਵੀ ਹੋਰ ਕੌਂਟੈਕਸਟ ਦੇ ਵਿੱਚ ਵਿਚੋਲਗਰੀ ਵਾਸਤੇ ਯੂਜ਼ ਕਰੋਗੇ, ਕਿਉਂਕਿ ਦਲਾਲ ਇਜ਼ ਅ ਵਿਚੋਲਗਰੀ ਵਰਕ, ਬਟ ਦੋਨੋਂ ਬਹੁਤ ਡਿਫਰੈਂਟ ਕਨਸੈਪਟ ਨੇ। ਠੀਕ ਹੈ ਜੀ। ਉੱਥੇ ਵਿਚੋਲਗਰੀ ਵਾਸਤੇ ਅਗਰ ਤੁਸੀਂ ਦਲਾਲ ਵਰਡ ਲਾ ਦਿੱਤਾ ਤਾਂ ਬਹੁਤ ਨੈਗੇਟਿਵ ਕਨਸੈਪਟ ਬਣ ਜਾਏਗਾ, ਉਹ ਬਹੁਤ ਗਲਤ ਆਨਸਰ ਮੰਨਿਆ ਜਾਏਗਾ। ਠੀਕ ਹੈ ਜੀ। ਐਂਡ ਇਨ ਨਾਟੀ ਅਸੀਂ ਐਗਜ਼ਾਮੀਨਰਸ ਜਿਹੜੇ ਨੇ ਇਹਨੂੰ ਰੋਂਗ ਚੋਇਸ ਆਫ ਵਰਡਸ ਕਾਊਂਟ ਕਰਦੇ ਨੇ। ਠੀਕ ਹੈ ਜੀ। ਨਾਓ ਲੈਟਸ ਗੋ ਗਿਵ ਯੂ ਫਰਸਟਲੀ ਦੀ ਰਫਲੀ ਆਈਡੀਆ ਅਬਾਊਟ ਦੀ ਮੇਨ words which you can use. Now the second section which I was talking about, the most common words which we can use in law or in legal. ਠੀਕ ਹੈ ਜੀ। ਉਹ words ਕਿਹੜੇ ਹੋ ਸਕਦੇ ਨੇ? ਸਭ ਤੋਂ ਪਹਿਲੇ ਨੰਬਰ ਦੇ ਉੱਤੇ law। ਸਾਨੂੰ ਪਤਾ ਹੋਣਾ ਚਾਹੀਦਾ law ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਕਾਨੂੰਨ। ਉਸ ਤੋਂ ਬਾਅਦ ਇੱਕ word ਕਾਫੀ common word ਜਿਹੜਾ ਆਪਾਂ use ਕਰਦੇ ਹਾਂ that is solicitor ਔਰ ਬੈਰਿਸਟਰ। ਇਹਦਾ ਮਤਲਬ ਕੀ ਹੁੰਦਾ? ਵਕੀਲ। ਉਸੇ ਤਰ੍ਹਾਂ ਹੋਰ ਕਿਹੜੇ ਵਰਡ ਹੋ ਸਕਦੇ ਨੇ? ਇਲੀਗਲ, ਲੀਗਲ, ਕ੍ਰਿਮੀਨਲ ਲਾਅ, ਸਿਵਲ ਲਾਅ, ਕੇਸਿਸ, ਕ੍ਰਾਈਮ। ਇਹ ਸਾਰੇ ਵਰਡਸ ਦੇ ਮੀਨਿੰਗ ਸਾਨੂੰ ਪਤਾ ਹੋਣੇ ਚਾਹੀਦੇ ਨੇ। ਜਿੱਦਾਂ ਹੁਣ ਲੀਗਲ ਮੀਨਸ ਕੀ ਆ? ਕਾਨੂੰਨੀ। ਇਲੀਗਲ ਮੀਨਸ ਕੀ ਆ? ਗੈਰ ਕਾਨੂੰਨੀ। ਹੁਣ ਸੀ ਦੇयर ਇਜ਼ ਅ ਡਿਫਰੈਂਸ। ਲਾਅ ਮੀਨਸ ਕਾਨੂੰਨ ਬਟ ਲੀਗਲ ਮੀਨਸ ਕਾਨੂੰਨੀ। ਠੀਕ ਹੈ ਜੀ। ਸੋ ਮੇਕ ਸ਼ੋਰ ਯੂ ਆਰ ਯੂਜ਼ਿੰਗ ਦੀ ਰਾਈਟ ਵਰਡ ਐਂਡ ਦੈਨ ਜਦੋਂ ਤੁਸੀਂ ਟਰਾਂਸਲੇਟ ਵੀ ਕਰ ਰਹੇ ਹੋ, ਉਹਨੇ ਬੋਲਿਆ ਸੀਗਾ ਅਗਰ ਲੈਟਸ ਟੇਕ ਐਨ ਐਗਜ਼ਾਮਪਲ, ਉਹ ਕਹਿੰਦਾ ਕਿ ਮੈਂ ਕਾਨੂੰਨ ਦੀ ਪਾਲਣਾ ਬਹੁਤ ਸਖਤ ਤੌਰ 'ਤੇ ਕਰਦਾ ਹਾਂ। ਆਈ ਡੂ ਫੋਲੋ ਲਾਅ ਵੈਰੀ ਸਟ੍ਰਿਕਟਲੀ। ਲਾਅ। ਠੀਕ ਹੈ ਜੀ। ਉੱਥੇ ਲੀਗਲ ਨਹੀਂ ਬੋਲ ਦੇਣਾ। ਉਸ ਤੋਂ ਬਾਅਦ ਦੇ ਵਿੱਚ ਸਿਵਲ ਲਾਅ ਦਾ ਮਤਲਬ ਕੀ ਹੁੰਦਾ ਵਾ? ਸਦਵਾਨੀ ਕਾਨੂੰਨ। ਠੀਕ ਹੈ। ਕੇਸਿਸ ਮੀਨਸ ਮਾਮਲੇ ਜਾਂ ਮੁਕੱਦਮਾ। ਠੀਕ ਹੈ। ਉਸ ਤੋਂ ਬਾਅਦ ਕ੍ਰਾਈਮ ਦਾ ਮਤਲਬ ਹੁੰਦਾ ਕੀ ਹੈ? ਕੋਈ ਜੁਰਮ ਕਰਨਾ। ਕ੍ਰਿਮੀਨਲ ਅਪਰਾਧੀ। ਠੀਕ ਹੈ ਜੀ। ਉਸੇ ਤਰ੍ਹਾਂ ਹੋਰ ਇੱਦਾਂ ਦੀ ਜਿਹੜੀ ਬਹੁਤ ਕਾਮਨ ਵੋਕੈਬਲਰੀ ਹੈ ਐਂਡ ਮੋਸਟ ਯੂਜ਼ਡ ਵੋਕੈਬਲਰੀ ਹੈ ਐਂਡ ਯੂ ਕੈਨ
ਐਨੀ ਵਨ ਕੈਨ ਐਕਸੈਪਟ ਕਿ ਇਹ ਜਿਹੜੇ ਵਰਡਸ ਆ ਸਕਦੇ ਨੇ ਐਂਡ ਦੀਜ਼ ਆਰ ਦ ਮੋਸਟ ਕਾਮਨ ਵਰਡਸ। ਇਸ ਤੋਂ ਇਲਾਵਾ ਹੋਰ ਕਿਹੜੇ ਵਰਡ ਹੋ ਸਕਦੇ ਨੇ, ਜਿੱਦਾਂ ਕਿ ਗਿਲਟੀ ਵਰਡ ਹੋ ਗਿਆ, ਠੀਕ ਹੈ ਜੀ। ਗਿਲਟੀ ਦਾ ਮਤਲਬ ਕੀ ਹੁੰਦਾ, ਕਸੂਰਵਾਰ। ਡੋਂਟ ਗੋ ਫॉर ਕਿ ਅਪਰਾਧੀ ਜਾਂ ਫਿਰ ਕੋਈ ਹੋਰ ਅਨਐਪਰੋਪਰੀਏਟ ਵਰਡ, ਠੀਕ ਹੈ ਜੀ। ਇਸੇ ਤਰ੍ਹਾਂ ਤੁਸੀਂ ਰੋਂਗ ਚੋਇਸ ਆਫ ਵਰਡਸ ਨਹੀਂ ਕਰਨੀ, ਐਕੂਰੇਟ ਚੋਇਸ ਆਫ ਵਰਡ ਰੱਖਣੀ ਹੈ ਤਾਂ ਕਿ ਇਹਦੇ 'ਚ ਤੁਹਾਨੂੰ ਵੀ ਹੈਲਪ ਹੋਏਗੀ ਅਤੇ ਤੁਹਾਡੀ ਲਾਈਫ ਹੀ ਈਜ਼ੀ ਹੋਏਗੀ। ਦੀ ਬੈਸਟ ਆਈ ਥਿੰਕ ਮੈਂ ਇਹ ਆਪਣੇ ਪਹਿਲੀ ਵੀ ਵੀਡੀਓਜ਼ ਦੇ ਵਿੱਚ ਦੱਸ ਚੁੱਕੀ ਹਾਂ, ਦੀ ਬੈਸਟ ਜਿਹੜੀ ਤੁਹਾਡੇ ਵਾਸਤੇ ਟੈਕਨੀਕ ਹੋ ਸਕਦੀ ਹੈ, ਮੇਕ ਸ਼ੋਰ ਕਿ ਜਦੋਂ ਤੁਸੀਂ ਇੱਕ ਲੈਂਗੁਏਜ ਨੂੰ ਅਟੈਂਪਟ ਕਰ ਰਹੇ ਹੋ, ਅਗਰ ਤੁਸੀਂ ਪੰਜਾਬੀ 'ਚ ਬੋਲ ਰਹੇ ਹੋ ਘਰ, ਅਤੇ ਤੁਸੀਂ ਸਿਰਫ ਪੰਜਾਬੀ ਦੇ ਵਿੱਚ ਗੱਲ ਕਰੋ। ਜਦੋਂ ਤੁਸੀਂ ਆਪਣਾ ਘਰ ਜਾਂ ਆਫਿਸ ਦੇ ਵਿੱਚ ਤੁਸੀਂ ਹਮੇਸ਼ਾ ਇੰਗਲਿਸ਼ 'ਚ ਗੱਲ ਕਰਦੇ ਹੋ, ਅਤੇ ਉੱਥੇ ਸਿਰਫ ਇੰਗਲਿਸ਼ ਬੋਲੋ, ਡੋਂਟ ਮਰਜ ਟੂ ਲੈਂਗੁਏਜ। ਦੈਟਸ ਵਾਈ ਕਿ ਮੋਸਟਲੀ ਸਟੂਡੈਂਟ ਸਟਰਗਲ ਕਰਦੇ ਨੇ ਨਾਟੀ ਦਾ ਐਗਜ਼ਾਮ ਕਲੀਅਰ ਕਰਨ ਦੇ ਵਿੱਚ। ਦੀ ਬੈਸਟ ਟੈਕਨੀਕ, ਦੀ ਡੇ ਯੂ ਥਿੰਕ ਕਿ ਆਈ ਹੈਵ ਟੂ ਡੂ ਮਾਈ ਨਾਟੀ ਔਰ ਆਈ ਵਾਂਟ ਟੂ ਕਲੀਅਰ ਮਾਈ ਨਾਟੀ, ਔਨ ਦੀ ਡੇ ਯੂ ਵਿਲ ਸਟਾਰਟ ਪ੍ਰੀਪੇਅਰਿੰਗ ਔਨ ਦੈਟ ਬੇਸਿਸ ਕਿ ਮੈਂ ਸਿਰਫ ਇੱਕ ਹੀ ਲੈਂਗੁਏਜ ਬੋਲਣੀ ਆ, ਮੈਂ ਮਰਜ ਨਹੀਂ ਕਰਨੀਆਂ ਦੋ ਲੈਂਗੁਏਜਸ, ਠੀਕ ਹੈ ਜੀ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਡਿਫੀਕਲਟ ਵੋਕੈਬਲਰੀ ਨਹੀਂ ਮੈਨੂੰ ਕਹਾਂਗੀ, ਬਟ ਮੋਸਟ ਜਿਹੜੀ ਰੇਅਰ ਯੂਜ਼ਡ ਵੋਕੈਬਲਰੀ ਆਪਾਂ ਕਹਿ ਸਕਦੇ ਹਾਂ, ਜਾਂ ਜਿਹੜੇ ਉਹ ਸ਼ਬਦ ਜਿਹੜੇ ਆਪਾਂ ਬਹੁਤ ਘੱਟ ਵਰਤਦੇ ਹਾਂ ਆਮ ਭਾਸ਼ਾ ਦੇ ਵਿੱਚ, ਠੀਕ ਹੈ ਜੀ। ਉਹ ਕਿਹੜਾ ਹੋ ਸਕਦਾ ਵਾ, ਹਲਫਨਾਮਾ। ਹੁਣ ਇਹ ਵਰਡ ਅਗਰ ਕੋਈ ਨੌਨ ਪੰਜਾਬੀ ਸਪੀਕਰ ਸੁਣੇਗਾ, ਉਹਨੇ ਕਹਿਣਾ ਇਹ ਪਤਾ ਨਹੀਂ ਕਿੱਦਾਂ ਦਾ ਵਰਡ ਆ, ਬਟ ਈਵਨ ਅਸੀਂ ਪੰਜਾਬੀ ਬੋਲਦੇ ਹਾਂ, ਬਟ ਆਪਾਂ ਇਹਨਾਂ ਵਰਡਸ ਦੇ ਨਾਲ ਬਹੁਤੇ ਜ਼ਿਆਦਾ ਫੈਮੀਲੀਅਰ ਨਹੀਂ ਹੈ, ਕਿਉਂਕਿ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ ਇਹ ਵਰਡਸ ਨਹੀਂ ਯੂਜ਼ ਕਰਦੇ, ਠੀਕ ਹੈ ਜੀ। ਹਲਫਨਾਮਾ ਜਿਹੜਾ ਹੁੰਦਾ ਵਾ, ਜਾਂ ਹਲਫੀਆ ਬਿਆਨ ਜਿਹਨੂੰ ਕਹਿ ਦਿੰਦੇ ਆ, ਦੈਟ ਇਜ਼ ਐਫੀਡੇਵਿਟ, ਠੀਕ ਹੈ। ਉਸੇ ਤਰ੍ਹਾਂ ਅਗਰੀਮੈਂਟ ਆ ਜਾਂਦਾ। ਅਗਰੀਮੈਂਟ ਦਾ ਮਤਲਬ ਕੀ ਹੁੰਦਾ, ਇਕਰਾਰਨਾਮਾ। ਐਂਡ ਵਨ ਆਫ ਦੀ ਮੋਸਟ ਕਾਮਨਲੀ ਮੇਡ ਮਿਸਟੇਕ ਇਜ਼ ਦੈਟ ਸਟੂਡੈਂਟ ਇਹ ਕਈ ਵਾਰੀ ਕਰਦੇ ਨੇ, ਉਹਨਾਂ ਨੂੰ ਇੰਨਾ ਯਾਦ ਰਹਿ ਜਾਂਦਾ ਕਿ ਅਗਰੀਮੈਂਟ ਦਾ ਮਤਲਬ ਇਕਰਾਰਨਾਮਾ ਵਾ, ਬਟ ਜੇ ਕਦੀ ਔਰਲ ਟੈਸਟ ਦੇ ਵਿੱਚ ਮੈਂ ਆਪਣੀ ਕਲਾਸ ਦੇ ਵਿੱਚ ਕਈ ਵਾਰੀ ਇਹ ਚੀਜ਼ ਐਕਸਪੈਰੀਮੈਂਟ ਕਰਕੇ ਦੇਖੀ, ਇਫ ਆਈ ਸੇ ਇਕਰਾਰਨਾਮਾ ਐਂਡ ਦੇ ਕਾਂਟ ਸਟ੍ਰਾਈਕ ਇਟ ਔਨ ਦੀ ਸੇਮ ਸਪੋਟ, ਉਹਨਾਂ ਨੂੰ 2-3 ਸੈਕਿੰਡ ਲੱਗ ਜਾਂਦੇ ਨੇ, ਜਾਂ ਥੋੜ੍ਹਾ ਟਾਈਮ ਲੱਗਦਾ ਉਹਨੂੰ ਰੀਕਾਲ ਕਰਨ ਦੇ ਵਿੱਚ ਕਿ ਇਕਰਾਰਨਾਮੇ ਦਾ ਮਤਲਬ ਵੀ ਅਗਰੀਮੈਂਟ ਹੁੰਦਾ। ਸੋ ਗਾਇਸ, ਡੂ ਦੀ ਵੋਕੈਬਲਰੀ ਲਰਨ ਈਦਰ ਵੇ, ਠੀਕ ਹੈ ਜੀ। ਇਹਦੇ ਵਾਸਤੇ ਦੀ ਬੈਸਟ ਵੇ ਵਿਚ ਆਈ ਆਲਵੇਜ਼ ਇਨਕਰੇਜ ਇਜ਼ ਵੋਕੈਬਲਰੀ ਕੁਇਜ਼। ਇਫ ਯੂ ਆਰ ਲੁਕਿੰਗ ਫॉर ਕਿ ਇਹ ਹੁਣ ਕੀ ਹੋਏਗੀ ਚੀਜ਼, ਇਫ ਯੂ ਆਰ ਨਾਟ ਅਵੇਅਰ ਅਬਾਊਟ ਇਟ, ਪਲੀਜ਼ ਜੁਆਇਨ ਆਰ ਟੈਲੀਗ੍ਰਾਮ group which is Nati CCL tutorial. You can see the link in our description box, and it is free of cost. It is some kind of, if I would say, the Nati community thing where I am 24/7 available. Our Hindi trainer 24/7 is available, and you can ask as many questions you want. You can discuss your queries with the student itself, and sometimes students do share their exam memories over there, and there are a lot of free material. You can have everyday basis quiz which I personally post over there, and our Hindi trainer as well, we both of us check the answers for the student, which is free of cost. We time to time we also update over there the free dialogues to prepare for the student, and you can ask us or you can direct message us over there. If you are someone who is looking for free source of material, CCL tutorial and our telegram group is the best way to start your preparation from the very basic point. Now let's proceed with the another words which are used very frequently but we are not aware of those words. ਜਿੱਦਾਂ ਕਿ word ਹੋ ਜਾਂਦਾ interim order, ਠੀਕ ਹੈ ਜੀ। ਇੰਟਰੀਮ ਆਰਡਰ ਦਾ ਮਤਲਬ ਕੀ ਹੁੰਦਾ ਵਾ, ਠੀਕ ਹੈ। ਉਸ ਤੋਂ ਬਾਅਦ ਇੰਟਰਵੈਂਸ਼ਨ ਆਰਡਰ, ਠੀਕ ਹੈ ਜੀ। ਹੁਣ ਇਹ ਵਰਡਸ ਜਿਹੜੇ ਆ ਇਹ ਆਪਾਂ ਨੂੰ ਬਹੁਤ ਰੇਅਰ, ਆਪਾਂ ਕਦੇ ਯੂਜ਼ ਨਹੀਂ ਕੀਤੇ ਇਹ ਵਰਡਸ। these words do exist but ਸਾਡੇ ਮਾਈਂਡ ਦੇ ਵਿੱਚ, ਅਨਕੌਂਸ਼ੀਅਸ ਮਾਈਂਡ ਦੇ ਵਿੱਚ ਇੰਨੀ ਜਲਦੀ ਫਰੀਕੁਐਂਟਲੀ ਨਹੀਂ ਆਉਂਦੇ, ਠੀਕ ਹੈ ਜੀ। ਇੰਟਰਵੈਂਸ਼ਨ ਆਰਡਰ ਦਾ ਮਤਲਬ ਕੀ ਹੁੰਦਾ ਵਾ, ਦਖਲ ਅੰਦਾਜ਼ੀ ਦੇ ਆਰਡਰ ਲੈਣਾ ਜਾਂ ਫਿਰ ਦਖਲ ਅੰਦਾਜ਼ੀ ਦਾ ਮਾਮਲਾ ਦਰਜ ਕਰਵਾਉਣਾ, ਠੀਕ ਹੈ ਜੀ। ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਇੱਕ ਵਰਡ ਆਉਂਦਾ ਹੀਅਰਿੰਗ ਜਾਂ ਟਰਾਇਲ, ਸੁਣਵਾਈ, ਠੀਕ ਹੈ ਜੀ। ਬਹੁਤ ਆਸਾਨ ਵਰਡ ਨੇ। ਇਫ ਯੂ ਨੀਡ ਮੋਰ ਵੋਕੈਬਲਰੀ, ਇਫ ਯੂ ਆਰ ਲੁਕਿੰਗ ਫॉर ਦੀ ਲਾਈਕ ਯੂ ਨੀਡ ਸਪੈਸੀਫਿਕ ਵੋਕੈਬਲਰੀ ਅਲੋਂਗ ਵਿਦ ਆਰ CCL ਟਿਊਟੋਰੀਅਲ ਵੋਕੈਬਲਰੀ, CCL ਟਿਊਟੋਰੀਅਲ ਦੇ ਉੱਤੇ ਤੁਹਾਨੂੰ ਫ੍ਰੀ ਆਫ ਕਾਸਟ ਹੀ ਮਿਲ ਜਾਏਗੀ, ਜਿੱਥੇ ਤੁਹਾਡੇ ਨਾਲ 7 free dialogues ਵੀ ਮਿਲਣਗੇ ਤੁਹਾਨੂੰ, and you can direct message me on telegram or you can see my number in the description box as well, which is 0414326118, and you can contact me and you can ask for the material. I will definitely help you out over there, whatever I can do. Okay, now ਇਹ ਤੇ ਹੋ ਗਈ ਵੋਕੈਬਲਰੀ ਦੀ ਗੱਲ। ਨਾਓ ਆਈ ਵਿਲ ਗਿਵ ਯੂ ਦੀ ਸਿਨੈਰੀਓ, ਠੀਕ ਹੈ ਜੀ। ਜਿੱਦਾਂ ਆਪਾਂ ਪਹਿਲੇ ਗੱਲ ਕੀਤੀ ਕਿ ਲੀਗਲ ਦੇ ਵਿੱਚ ਕਿੱਦਾਂ ਦੇ ਸਿਨੈਰੀਓ ਆ ਸਕਦੇ ਨੇ, ਹੁਣ ਆਪਾਂ ਇੱਕ ਪਰਟੀਕੂਲਰ ਡਾਇਲੋਗ ਪ੍ਰੈਕਟਿਸ ਕਰਾਂਗੇ, ਪ੍ਰੋਪਰ ਡਾਇਲੋਗ ਇਨ ਲੀਗਲ ਇਟਸੈਲਫ।
ਹੁਣ ਆਪਾਂ ਇੱਕ ਡਾਇਲੋਗ ਜਿਹੜਾ ਪ੍ਰੈਕਟਿਸ ਕਰਾਂਗੇ ਪ੍ਰੋਪਰ, ਜਿੱਦਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਾ ਹੈ। ਕੋਈ ਵੀ ਸਿਨੈਰੀਓ ਹੋ ਸਕਦਾ ਹੈ, ਬਟ ਆਈ ਐਮ ਜਸਟ ਗਿਵਿੰਗ ਯੂ ਦੀ ਰਫ ਆਈਡੀਆ ਕਿ ਤੁਸੀਂ ਕਿਹੜੇ ਵਰਡਸ ਨੇ, ਕਿੱਦਾਂ ਜਿਹੜੀ ਵੋਕੈਬਲਰੀ ਸਾਡੀ CCL ਟਿਊਟੋਰੀਅਲਸ ਦੇ ਉੱਤੇ ਦਿੱਤੀ ਹੋਈ ਤੁਹਾਨੂੰ ਹੈਲਪ ਕਰੇਗੀ, ਜਾਂ ਫਿਰ ਤੁਸੀਂ ਕਿਹੜੀਆਂ ਜਿਹੜੀਆਂ ਚੀਜ਼ ਟੈਕਨੀਕਸ ਨੇ ਆਪਣੇ ਧਿਆਨ ਦੇ ਵਿੱਚ ਰੱਖਣੀਆਂ ਨੇ। ਅਲੋਂਗ ਵਿਦ ਇਟ, ਅਗਰ ਤੁਸੀਂ ਕੋਈ ਹੋਰ ਕੁਐਸਚਨ ਪੁੱਛਣਾ ਹੋਵੇ, ਪਲੀਜ਼ ਡੂ ਮੈਸੇਜ ਮੀ ਐਂਡ ਯੂ ਕੈਨ ਆਸਕ ਮੀ ਐਜ਼ ਮੈਨੀ ਕੁਐਸਚਨ ਐਜ਼ ਯੂ ਵਾਂਟ। ਓਕੇ, ਹੁਣ ਆਪਾਂ ਸਟਾਰਟ ਕਰਦੇ ਹਾਂ ਡਾਇਲੋਗ ਨੂੰ। The following dialogue take place between a Punjabi speaking person with a law consultant about general law practice. The dialogue begins now. Good morning, EU Russia Civil Society Office. How can I help you today? ਸਤਿ ਸ਼੍ਰੀ ਅਕਾਲ ਜੀ, EU ਰਸ਼ੀਆ ਸਿਵਲ ਸੁਸਾਇਟੀ ਦਾ ਦਫ਼ਤਰ ਤੋਂ ਗੱਲ ਕਰ ਰਹੀ ਹਾਂ। ਮੈਂ ਅੱਜ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ? ਅਗਰ ਤੁਸੀਂ ਦੇਖੋ ਕਿ ਮੈਂ ਜਿਹੜਾ ਕੰਪਨੀ ਦਾ ਨਾਮ ਆ EU ਰਸ਼ੀਆ ਸਿਵਲ ਸੁਸਾਇਟੀ, ਠੀਕ ਹੈ ਜੀ। ਹੁਣ ਸਿਵਲ ਨੂੰ ਕਈ ਜਣੇ ਕਹਿਣਗੇ ਕਿ ਕੀ ਮੈਂ ਪੰਜਾਬੀ ਦੇ ਵਿੱਚ ਬੋਲ ਸਕਦਾ ਹਾਂ? ਹਾਂਜੀ, ਤੁਸੀਂ ਬੋਲ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਬਟ ਮੇਕ ਸ਼ੋਰ ਕਿ ਤੁਸੀਂ ਜਦੋਂ ਵਰਡ ਟੂ ਵਰਡ ਟਰਾਂਸਲੇਸ਼ਨ ਕਿਤੇ ਵੀ ਨਹੀਂ ਲਿਖਿਆ ਹੋਇਆ ਨਾਟੀ ਦੇ ਵਿੱਚ ਕਰਨ ਦੇ ਲਈ, ਤੁਸੀਂ ਅਗਰ ਚਾਹੁੰਦੇ ਹੋ ਤੇ ਕਰ ਸਕਦੇ ਹੋ, ਬਟ ਮੈਂ ਹਾਈਲੀ ਰეკਮੈਂਡ ਕਰਾਂਗੀ ਕਿ ਅਗਰ ਤੁਸੀਂ ਨਾਮ ਜਾਂ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਜਾਂ ਕਿਸੇ ਸਟਰੀਟ ਦਾ ਨਾਮ ਆ, ਉਹਨੂੰ ਤੁਸੀਂ ਨਾ ਹੀ ਕਨਵਰਟ ਕਰੋ। ਹੁਣ ਇੱਕ ਗੱਲ ਹੈ ਕਿ ਜਿੱਦਾਂ ਹੁਣ ਆਪਣੇ ਇੰਡੀਅਨਸ ਨੇਮਸ ਨੇ ਜਾਂ ਆਪਣੇ ਪੰਜਾਬੀ ਨਾਮ ਨੇ, ਆਪਣੇ ਸਾਰੇ ਨੇਮਸ ਦਾ ਮੀਨਿੰਗ ਨਿਕਲਦਾ ਹੈ, ਬਟ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਆਪਾਂ ਇੱਕ ਦੂਜੇ ਨੂੰ ਉਹਨਾਂ ਦੇ ਮੀਨਿੰਗਸ ਤੋਂ ਬੁਲਾਉਂਦੇ ਹਾਂ, ਠੀਕ ਹੈ ਜੀ। ਸੋ ਨੇਮ ਵੁੱਡ ਬੀ ਸਟੇਇੰਗ ਸੇਮ। ਸੋ ਇਹ EU ਰਸ਼ੀਆ ਸਿਵਲ ਸੁਸਾਇਟੀ ਇੱਕ ਨਾਮ ਆ, ਠੀਕ ਹੈ ਜੀ। ਅਤੇ ਜੇ ਤੁਸੀਂ ਇਸ ਨਾਮ ਨੂੰ ਐਜ਼ ਇਟ ਇਜ਼ ਵੀ ਬੋਲ ਦੋਗੇ ਤਾਂ ਉਹਦੇ ਤੁਹਾਡੇ ਨੰਬਰ ਨਹੀਂ ਕੱਟੇ ਜਾਣਗੇ, ਠੀਕ ਹੈ ਨਾ। ਲੈਟਸ ਪਲੇ ਦੀ ਸੈਕਿੰਡ ਵਨ। ਸਤਿ ਸ਼੍ਰੀ ਅਕਾਲ ਜੀ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਸੇਵਾਵਾਂ ਉਪਲਬਧ ਹਨ? Good morning. Can you please tell me what kind of services are available? ਹੁਣ ਦੇਖੋ, ਅਗਰ ਜਦੋਂ ਬੈਲ ਵੱਜਦੀ ਆ, ਹੁਣ ਕਾਫੀ ਸਾਰੇ ਸਟੂਡੈਂਟ ਕਹਿਣਗੇ ਸਾਨੂੰ ਕਦੋਂ ਬੋਲਣਾ ਸਟਾਰਟ ਕਰਨਾ ਚਾਹੀਦਾ ਹੈ। ਇੱਥੇ ਇੱਕ ਨਾਟੀ ਦਾ 5 ਸੈਕਿੰਡ ਰੂਲ ਹੁੰਦਾ ਹੈ, ਠੀਕ ਹੈ ਜੀ। ਇਟ ਡਿਪੈਂਡਸ ਅਪੋਨ ਦੀ ਸਟੂਡੈਂਟ। ਇਫ ਯੂ ਵਾਂਟ ਟੂ ਸਟਾਰਟ ਔਨ ਦਾ ਸੇਮ ਸਪੋਟ ਯੂ ਕੈਨ, ਦੇयर ਇਜ਼ ਨਥਿੰਗ ਲਾਈਕ ਦੈਟ ਕਿ ਤੁਹਾਨੂੰ ਵੇਟ ਕਰਨਾ ਚਾਹੀਦਾ ਜਾਂ ਤੁਹਾਨੂੰ ਥੋੜ੍ਹਾ ਟਾਈਮ ਲੈ ਕੇ ਬੋਲਣਾ ਚਾਹੀਦਾ। ਇਟਸ ਅਪ ਟੂ ਯੂ ਦੀ ਸਟੂਡੈਂਟ, ਬਟ ਮੇਕ ਸ਼ੋਰ ਯੂ ਸਟਾਰਟ ਵਿਦਿਨ 5 ਸੈਕਿੰਡਸ, ਠੀਕ ਹੈ ਜੀ। ਨਾਓ ਲੈਟਸ ਪ੍ਰੋਸੀਡ ਵਿਦ ਦੀ ਥਰਡ ਸੈਗਮੈਂਟ। Our aim is to explain legal issues relevant for Russian civil society to our readers in the EU, as well as to make the actual legal questions, problems, and practices in the EU or EU countries more understandable in Russia. ਸਾਡਾ ਉਦੇਸ਼ ਯੂਰਪੀਅਨ ਯੂਨੀਅਨ ਵਿੱਚ ਸਾਡੇ ਪਾਠਕਾਂ ਲਈ ਰੂਸੀ ਸਿਵਲ ਸੁਸਾਇਟੀ ਲਈ ਢੁਕਵੇਂ ਕਾਨੂੰਨੀ ਮੁੱਦਿਆਂ ਦੀ ਵਿਆਖਿਆ ਕਰਨਾ ਹੈ ਅਤੇ ਨਾਲ ਹੀ ਰੂਸ ਵਿੱਚ ਯੂਰਪੀਅਨ ਯੂਨੀਅਨ EU ਦੇ ਦੇਸ਼ਾਂ ਵਿੱਚ ਅਸਲ ਕਾਨੂੰਨੀ ਪ੍ਰਸ਼ਾਸਨਾਂ, ਸਮੱਸਿਆਵਾਂ ਅਤੇ ਅਮਲਾਂ ਨੂੰ ਵਧੇਰੇ ਸਮਝਦਾਰ ਬਣਾਉਣਾ ਹੈ। ਨਾ ਇੱਥੇ ਹੁਣ ਬਹੁਤ ਸਾਰੇ ਕੁਐਸਚਨਸ ਨੇ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਆਉਣਗੇ ਕਿ ਨੋਟ ਟੇਕਿੰਗ ਕਿੱਦਾਂ ਕਰਨੀ ਹੈ ਜਾਂ ਫਿਰ ਵਰਡਸ ਕਿੱਦਾਂ ਲਿਖਣੇ ਨੇ, ਠੀਕ ਹੈ ਜੀ। ਦੀ ਬੈਸਟ ਵੇ ਕੀ ਹੈ ਕਿ ਕੋਈ ਵੀ ਟੈਕਨੀਕ ਨੂੰ ਲਰਨ ਕਰਨ ਵਾਸਤੇ ਜਾਂ ਉਹਨੂੰ ਡਿਵੈਲਪ ਕਰਨ ਵਾਸਤੇ ਯੂ ਨੀਡ ਐਟਲੀਸਟ 15 ਡੇਜ਼ ਪ੍ਰੈਕਟਿਸ, 15 to 20 ਡੇਜ਼ ਪ੍ਰੈਕਟਿਸ। ਦੀ ਬੈਸਟ ਵੇ ਆਈ ਆਲਵੇਜ਼ ਰੈਕਮੈਂਡ ਟੂ all my student is use your testing language। ਜਿਹੜੀ ਤੁਸੀਂ ਟੈਕਸਟ ਕਰਨ ਲੱਗੇ ਸ਼ਾਰਟ ਫਾਰਮਸ ਯੂਜ਼ ਕਰਦੇ ਹੋ ਉਹ ਯੂਜ਼ ਕਰੋ। ਹੁਣ ਐਬਰੀਵੀਏਸ਼ਨਸ ਆ, ਸਾਨੂੰ ਸਭ ਨੂੰ ਪਤਾ ਕਿ ਅਸੀਂ ਇਨਫੋਰਮੇਸ਼ਨ ਨੂੰ ਇਨਫੋ ਲਿਖ ਸਕਦੇ, ਬਟ ਕਈ ਸਟੂਡੈਂਟ ਅਨਕੌਂਸ਼ੀਅਸਲੀ ਨਹੀਂ ਲਿਖ ਪਾਉਂਦੇ, ਠੀਕ ਹੈ ਜੀ। ਸੋ ਡੋਂਟ ਮੇਕ ਅ ਪ੍ਰੈਸ਼ਰ ਆਫ ਇਟ, ਟਰਾਈ ਟੂ ਰਾਈਟ ਡਾਊਨ ਦੀ ਵਰਡਸ ਲਾਈਕ ਯੂ ਕੈਨ ਰਾਈਟ ਡਾਊਨ ਯੂਅਰ ਟੈਕਸਟਿੰਗ ਲੈਂਗੁਏਜ, ਲਾਈਕ ਵਟਸਐਪ ਦੇ ਉੱਤੇ ਤੁਸੀਂ ਜਿੱਦਾਂ ਵੀ ਲਿਖਦੇ ਹੋ, ਗੁੱਡ ਮੋਰਨਿੰਗ ਨੂੰ GM ਲਿਖਦੇ ਹੋ, ਵੇਟ ਨੂੰ ਤੁਸੀਂ ਜਿੱਦਾਂ ਲਿਖਦੇ ਹੋ, ਜਾਂ ਕੋਈ ਵੀ ਛੋਟੀ ਫਾਰਮ, ਹੋਰ ਕੋਈ ਵੀ ਇੱਦਾਂ ਦੇ ਛੋਟੇ ਵਰਡਸ ਜਿਹੜੇ ਤੁਸੀਂ ਦੇਖ ਰਹੇ ਹੋ, ਠੀਕ ਹੈ ਜੀ। ਤੁਹਾਨੂੰ ਲੱਗਦਾ ਕਿ ਮੈਂ ਇਹਨਾਂ ਨੂੰ ਇੱਦਾਂ ਨਹੀਂ, ਕੋਈ ਵੀ ਤੁਸੀਂ FYI ਫॉर योर ਇਨਫੋਰਮੇਸ਼ਨ ਹੋ ਗਿਆ, ਜਿੱਦਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਸ਼ਾਰਟ ਫਾਰਮਸ ਆਉਂਦੀਆਂ ਨੇ ਜਿਹੜੇ ਅੱਜ ਕੱਲ੍ਹ ਦੇ ਟੈਕਸਟਿੰਗ ਲੈਂਗੁਏਜ ਦੇ ਵਿੱਚ ਤੁਸੀਂ ਯੂਜ਼ ਕਰਦੇ, ਯੂ ਕੈਨ ਯੂਜ਼ ਦੈਟ ਲੈਂਗੁਏਜ, ਠੀਕ ਹੈ ਜੀ। ਕਿਉਂਕਿ ਐਂਡ ਆਫ ਦਾ ਡੇ ਨੋਟ ਟੇਕਿੰਗ ਇਜ਼ ਫॉर योर हेल्प, it is making your life easy, not difficult. Now I will be proceeding with the fourth segment and then we will continue with the discussion. ਠੀਕ ਹੈ ਜੀ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ
ਜਰਨਲ ਤੌਰ ਤੇ ਮਹੱਤਵਪੂਰਨ ਸਮੱਗਰੀਆਂ ਤੁਹਾਡੀ ਸੰਚਾਰਿਤ ਇੱਛਾਵਾਂ ਅਤੇ ਤੁਹਾਡੀ ਕਿਰਿਆਸ਼ੀਲ ਭੁਗਤਾਵਾਂ ਦੇ ਉੱਤੇ ਨਿਰਭਰ ਕਰਦੀ ਹੈ। Of course, the subsequent content of the journal also depend on your communicated wishes and your active contributions. ਨਾ ਅਗਰ ਹੁਣ ਤੁਸੀਂ ਦੇਖੋ ਕਿ ਇੱਥੇ ਉਹਨੇ ਬੋਲਿਆ ਸੀਗਾ ਜਰਨਲ, ਠੀਕ ਹੈ ਜੀ, ਜਰਨਲ ਇਜ਼ ਉਹ ਵਾਲਾ ਜਰਨਲ ਨਹੀਂ ਹੈ, ਜੀ ਵਾਲਾ ਨਹੀਂ, ਜੇ ਵਾਲਾ ਜਰਨਲ ਬੋਲਿਆ ਉਹਨੇ ਇੱਥੇ, ਠੀਕ ਹੈ ਜੀ, ਕਿ ਜਰਨਲਸ ਜਿਹੜੇ ਡਿਪੈਂਡ ਕਰਦੇ JOURNAL, ਠੀਕ ਹੈ ਜੀ, ਦੋਸ ਜਰਨਲਸ। ਹੁਣ ਇੱਕ ਜਰਨਲ ਆਉਂਦਾ ਆਪਣੇ ਜੀ ਵਾਲਾ, GENERAL, ਠੀਕ ਹੈ ਜੀ। ਹੁਣ ਅਗਰ ਮੈਂ ਗੱਲ ਕਰਾਂ ਤਾਂ ਮੈਂ ਵੀ ਜਦੋਂ ਸੁਣਿਆ ਇਹ ਸੈਗਮੈਂਟ ਮੇਰੇ ਵੀ ਦਿਮਾਗ 'ਚ ਸਭ ਤੋਂ ਪਹਿਲੇ ਨੰਬਰ 'ਤੇ ਆਏਗਾ ਕਿ ਜਰਨਲ ਕਿਹੜੇ ਵਾਲਾ, ਆਮ ਵਾਲਾ ਜਰਨਲ, ਬਟ ਹੁਣ ਉਹ ਪੰਜਾਬੀ ਦੇ ਵਿੱਚ ਬੋਲ ਰਹੇ ਨੇ। ਸੋ ਮੇਕ ਸ਼ੋਰ ਅਗਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਨਾਂਸੀਏਸ਼ਨ ਨਹੀਂ ਕਲੀਅਰ ਹੁੰਦੀ ਤਾਂ ਤੁਸੀਂ ਉਹਦੀ ਸੈਂਸ ਬਣਾ ਕੇ ਗੱਲ ਕਰੋ ਕਿ ਉਹਨੂੰ ਕਿਹੜੇ ਕੰਟੈਕਸਟ ਦੇ ਵਿੱਚ ਵਰਤਿਆ ਗਿਆ। ਹੁਣ ਇੱਥੇ ਅਗਰ ਆਪਾਂ ਦੇਖੀਏ ਤਾਂ ਆਮ ਦੀ ਮਹੱਤਵਪੂਰਨ ਸਮੱਗਰੀ ਕੋਈ ਕੌਨਸੈਪਟ ਦਾ ਉਹ ਮੀਨਿੰਗ ਜਿਹਾ ਨਹੀਂ ਨਿਕਲ ਕੇ ਆਉਣਾ ਸੀਗਾ ਜਾਂ ਉਹ ਢੁਕਵਾ ਨਹੀਂ ਸੀ ਬੈਠਣਾ ਇੱਥੇ। ਸੋ ਮੇਕ ਸ਼ੋਰ ਵੈਨ ਯੂ ਆਰ ਇੰਪਲੀਮੈਂਟਿੰਗ ਦੀ ਵੋਕੈਬਲਰੀ ਯੂ ਆਰ ਮੇਕਿੰਗ ਸੈਂਸ ਆਊਟ ਆਫ ਇਟ, ਉਹਦੀ ਇੱਕ ਸਟੋਰੀ ਬਿਲਡਿੰਗ ਕਰ ਲਓ ਕਿ ਉਹ ਚੀਜ਼ ਕਿੱਦਾਂ ਇੰਪਲੀਮੈਂਟ ਹੋ ਰਹੀ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਹੋਰ ਡਾਇਲੋਗ, ਵੀ ਵਿਲ ਬੀ ਡੂਇੰਗ ਓਨਲੀ ਫਸਟ ਹਾਫ ਆਫ ਦੀ ਡਾਇਲੋਗ, ਅਗਰ ਤੁਹਾਨੂੰ ਫੁੱਲ ਡਾਇਲੋਗ ਦੀ ਲੋੜ ਹੈ ਯੂ ਕੈਨ ਕੰਟੈਕਟ ਮੀ ਐਂਡ ਯੂ ਕੈਨ ਆਸਕ ਮੀ ਔਨ ਆਰ ਟੈਲੀਗ੍ਰਾਮ group. I will definitely share the full dialogue with you, or you can see on our Facebook post, you can see the first the transcript of these dialogues, and if you need the further recording as well you can direct message me on Telegram. I would definitely share it with you. Thank you so much guys, take care of yourself and make sure if you need any support from my end, if you don't understand where to start, what to do, please do call me, or if you are someone whose exam is coming nearby or whose exam is in within few days, you can book a mock test with me. We have one-on-one consultation as well, so we have many different ranges and personalized coaching. You can contact me anytime. I would happy to help you out. Thank you so much, take care of yourself, don't take stress about it.